ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। देश की पहली आदिवासी महिला राष्ट्रपति बनी द्रौपदी मुर्मू ने चुकी सौं। राष्ट्रपति बनना मेरी निजी नहीं सगों भारत के हर गरीब की प्राप्ति, कहा द्रौपदी मुर्मू ने। वारिस शाह इंटरनेशनल पुरस्कार नाल सन्मानित मूसेवाला की गायकी सदका नवाजिया 59/11 ਨੂੰ शानामते अवार्ड नाल पंजाब पाक इतिहास घुम्मन ने सिद्धू मूसेवाला ਨੂੰ ਦਿੱਤੀ श्रद्धांजलि। डेराबस्सी च व्यक्ति ਨੂੰ नहर च धक्का दे के मारन के दोष च मां धी ते मामला दर्ज। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦੇਸ਼ ਦੀ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਵਜੋਂ द्रौपदी मुर्मू ਨੇ ਸਹੁੰ ਚੁੱਕ ਲਈ ਹੈ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣ ਗਏ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ NV ਰਮਨਾ ਨੇ ਸਹੁੰ ਚੁਕਾਈ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ द्रौपदी ਮੁਰਮੂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਦੇ ਸਰਵਉੱਚ ਸੰਵਿਧਾਨਿਕ ਅਹੁਦੇ ਤੇ ਚੁਣਨ ਲਈ ਮੈਂ ਸਾਰੇ ਸੰਸਦ ਮੈਂਬਰਾਂ, ਸਾਰੇ ਵਿਧਾਨ ਸਭਾ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੁਹਾਡੀ ਵੋਟ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਤੁਹਾਡੀ ਸਾਂਝ, ਤੁਹਾਡਾ ਭਰੋਸਾ ਤੇ ਤੁਹਾਡਾ ਸਮਰਥਨ ਮੇਰੇ ਲਈ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ। मैं द्रौपदी मुर्मू ईश्वर की शपथ लेता हूँ कि मैं श्रद्धापूर्वक भारत के राष्ट्रपति के पद का कार्यपालन करूँगी तथा अपनी पूरी योग्यता से संविधान और विधि का परिरक्षण, संरक्षण और प्रतिरक्षण करूँगी और मैं भारत की जनता की सेवा और कल्याण में निरत रहूँगी। ਵਾਰਿਸ ਸ਼ਾਹ ਦੀ ਸ਼ਤਾਬਦੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਵਾਰਿਸ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਦਿੱਤੇ ਗਏ ਨੇ, ਜਿਨ੍ਹਾਂ ਵਿੱਚ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ। ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾਕਟਰ ਸੁਰਜੀਤ ਪਾਤਰ ਤੇ ਕਹਾਣੀਕਾਰ ਜਿੰਦਰ ਨੂੰ ਵੀ ਸਨਮਾਨ ਦੇ ਨਾਲ ਨਵਾਜ਼ਿਆ ਗਿਆ। ਮਹਾਨ ਸੂਫੀ ਕਵੀ ਵਾਰਿਸ ਸ਼ਾਹ ਦੀ ਮਜ਼ਾਰ ਦੇ ਅੰਦਰ ਬਣੇ ਹਾਲ ਦੇ ਵਿੱਚ ਡਾਕਟਰ ਸੁਰਜੀਤ ਪਾਤਰ, ਕਹਾਣੀਕਾਰ ਜਿੰਦਰ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਨਮਾਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਲੇਖਕਾਂ ਤੇ ਗਾਇਕਾਂ ਦੇ ਭਰੇ ਇਕੱਠ ਦੇ ਵਿੱਚ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਆ ਗਿਆ। ਇਸ ਮੌਕੇ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਇਲਿਆਸ ਘੁੰਮਣ ਨੇ ਸਿੱਧੂ ਮੂਸੇਵਾਲਾ ਨੂੰ ਭਾਰੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਵਿਛੜੇ ਪੰਜਾਬੀ ਗਾਇਕ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ ਗਰੁੱਪ ਦੇ ਚੇਅਰਮੈਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ SGPC ਮੈਂਬਰ ਬੀਬੀ ਕਿਰਨਜੋਤ ਕੌਰ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਬੀਬੀ ਕਿਰਨਜੋਤ ਕੌਰ ਨੇ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਦਿੱਤੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲੇ ਜਗਜੀਤ ਸਿੰਘ ਦਰਦੀ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਈ ਪੁਸਤਕਾਂ ਵੀ ਲਿਖੀਆਂ ਗਈਆਂ ਨੇ, ਜੋ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਦੇ ਨੇ। ਇਸ ਮੌਕੇ ਉਹਨਾਂ ਦੇ ਨਾਲ ਚੜ੍ਹਦੀ ਕਲਾ ਗਰੁੱਪ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ, ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ ਵੀ ਮੌਜੂਦ ਰਹੇ।
ਡੇਰਾਬੱਸੀ ਪੁਲਿਸ ਨੇ 19 ਜੁਲਾਈ ਨੂੰ ਇੱਕ ਵਿਅਕਤੀ ਦੇ ਕਤਲ ਦੇ ਦੋਸ਼ 'ਚ ਮਾਂ ਧੀ ਦੀ ਜੋੜੀ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਅਨੁਸਾਰ ਦੋਵਾਂ ਨੇ ਕੁਝ ਧਾਰਮਿਕ ਰਸਮਾਂ ਨਿਭਾਉਣ ਦੇ ਬਹਾਨੇ ਪੀੜਤ ਗੁਰਦੀਪ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਤੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੰਤੋਸ਼ ਕੁਮਾਰ ਦੀ ਸ਼ਿਕਾਇਤ ਮਿਲੀ ਸੀ, ਜਿਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸਦੇ ਲੜਕੇ ਗੁਰਦੀਪ ਸਿੰਘ ਦਾ 19 ਜੁਲਾਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸੰਤੋਸ਼ ਨੇ ਦੋਸ਼ ਲਾਇਆ ਕਿ ਇਹ ਕਤਲ ਗੁਰਦੀਪ ਦੀ ਪਤਨੀ ਪ੍ਰੀਤੀ ਕੌਰ ਤੇ ਉਸਦੀ ਮਾਂ ਸ਼ਿੰਦਰ ਕੌਰ ਨੇ ਕੀਤਾ ਹੈ। ਸੰਤੋਸ਼ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਦੀਪ ਨੇ ਪ੍ਰੀਤੀ ਦਾ ਵਿਆਹ 2017 ਚ ਕੀਤਾ ਸੀ ਤੇ ਉਸਦਾ ਬੇਟਾ ਕੁਝ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਰਿਹਾ ਸੀ। ਇਸ ਤੋਂ ਬਾਅਦ ਪ੍ਰੀਤੀ ਤੇ ਉਸਦੀ ਮਾਂ ਦੋਵਾਂ ਨੇ ਆਪਣੇ ਪੁੱਤ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਸ਼ਿਕਾਇਤਕਰਤਾ ਦੇ ਅਨੁਸਾਰ ਪ੍ਰੀਤੀ ਤੇ ਸ਼ਿੰਦਰ ਨੇ ਕਥਿਤ ਤੌਰ ਤੇ ਗੁਰਦੀਪ ਨੂੰ ਕਿਹਾ ਸੀ ਕਿ ਉਹ ਜਿਸ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ ਉਸ ਨੂੰ ਦੂਰ ਕਰਨ ਲਈ ਉਸ ਨੂੰ ਨਹਿਰ ਜਾਂ ਦਰਿਆ ਤੇ ਕੁਝ ਰਸਮਾਂ ਕਰਨੀਆਂ ਪੈਣਗੀਆਂ। ਸੰਤੋਸ਼ ਕੁਮਾਰ ਨੇ ਅੱਗੇ ਦੱਸਿਆ ਕਿ 19 ਜੁਲਾਈ ਨੂੰ ਸ਼ਿੰਦਰ ਉਹਨਾਂ ਦੇ ਘਰ ਆਇਆ ਸੀ ਤੇ ਗੁਰਦੀਪ ਤੇ ਪ੍ਰੀਤੀ ਨੂੰ ਉਸਦੇ ਨਾਲ ਚੱਲਣ ਲਈ ਕਿਹਾ ਸੀ ਤਾਂ ਜੋ ਰਸਮਾਂ ਨਿਭਾਈਆਂ ਜਾ ਸਕਣ। ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਤਿੰਨੋਂ ਅਖੌਤੀ ਰਸਮਾਂ ਨਿਭਾਉਣ ਲਈ ਪਿੰਡ ਖੇੜੀ ਗੰਡੀਆਂ ਗਏ ਸਨ। ਇੱਥੇ ਦੱਸ ਦਈਏ ਕਿ ਮੁਲਜ਼ਮਾਂ ਨੇ ਗੁਰਦੀਪ ਨੂੰ ਨਹਿਰ ਵਿੱਚ ਧੱਕਾ ਦੇ ਕੇ ਉਸਦਾ ਕਤਲ ਕਰ ਦਿੱਤਾ ਸੀ। ਸ਼ਿਕਾਇਤ ਤੇ ਕਾਰਵਾਈ ਕਰਦਿਆਂ ਡੇਰਾਬੱਸੀ ਪੁਲਿਸ ਨੇ ਮਾਂ ਧੀ ਨੂੰ ਗ੍ਰਿਫਤਾਰ ਕਰ ਲਿਆ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਉੱਥੇ ਦੂਜੇ ਪਾਸੇ ਖੇਤੀਬਾੜੀ ਵਿਭਾਗ ਮੋਗਾ ਵਿੱਚ ਤਾਇਨਾਤ ਇੱਕ ਖੇਤੀਬਾੜੀ ਅਧਿਕਾਰੀ ਦੇ ਭਰਾ ਵੱਲੋਂ ਧਾਲੀਵਾਲ ਪੈਸਟ ਕੰਟਰੋਲ ਪੈਸਟੀਸਾਈਡ ਦੇ ਨਾਮ ਹੇਠ ਦਵਾਈਆਂ ਦੀ ਦੁਕਾਨ ਚਲਾਈ ਜਾ ਰਹੀ ਸੀ, ਜਿਸ ਦੀ ਇੱਕ ਕਿਸਾਨ ਵੱਲੋਂ ਗੁਪਤ ਤੌਰ ਤੇ ਘਟੀਆਂ ਦਵਾਈਆਂ ਵੇਚਣ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਪਰ ਹੈਰਾਨੀ ਦੀ ਗੱਲ ਇੱਕ ਹੋਰ ਉੱਭਰ ਕੇ ਉਦੋਂ ਸਾਹਮਣੇ ਆਈ ਜਦੋਂ ਵਿਭਾਗੀ ਅਫਸਰ ਵੱਲੋਂ ਸਿਰਫ ਇੱਕ ਹੀ ਦਵਾਈ ਦਾ ਸੈਂਪਲ ਭਰਿਆ ਗਿਆ ਜੋ ਲੈਬੋਰੇਟਰੀ ਵੱਲੋਂ ਫੇਲ ਪਾਇਆ ਗਿਆ। ਸਰ ਸੈਂਪਲ ਮਹਿਕਮੇ ਨੂੰ ਆਪ ਬੁਲਾ ਕੇ ਅਸੀਂ ਸੈਂਪਲ ਭਰਾਏ ਸੀ। ਇਸ ਦੇ ਵਿੱਚ ਸੈਂਪਲ ਫੇਲ ਹੋ ਗਿਆ। ਇੱਕ ਕੇਸ ਮੰਗਾਇਆ ਸੀਗਾ, ਅਸੀਂ ਉਹ ਕੰਪਨੀ ਦੇ ਡਿਸਟ੍ਰੀਬਿਊਟਰ ਬਣ ਲੱਗੇ ਸੀਗੇ, ਪਰ ਸਾਡੀ ਕਮਿਟਮੈਂਟ ਇਹ ਸੀਗੀ ਵੀ ਅਸੀਂ ਪਹਿਲਾਂ ਸੈਂਪਲਿੰਗ ਕਰਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਮਾਲ ਖਰੀਦਾਂਗੇ। ਚਲੋ ਜੀ ਸੈਂਪਲ ਭਰਿਆ, ਉਸ ਤੋਂ ਬਾਅਦ ਰਿਜ਼ਲਟ ਆਇਆ, ਸੈਂਪਲ ਫੇਲ ਹੋ ਗਿਆ। ਇੱਕ ਕੇਸ ਆਇਆ ਸੀ 600 ml ਦੇ ਵਿੱਚ, ਅਸੀਂ ਉਹ ਵਾਪਸ ਕਰ ਦਿੱਤਾ। ਸਿਰਫ ਇੱਕ ਹੀ ਡੱਬਾ ਆਇਆ ਸੀ, ਇੱਕ ਹੀ ਬੋਟਲ ਆਈ ਸੀ? ਨਹੀਂ, ਇੱਕ ਪੂਰਾ ਕੇਸ ਆਇਆ ਸੀ, 24 ਸੀਗੀਆਂ ਉਹਦੇ 'ਚ ਤੇ 24 ਦੀਆਂ ਦਾ ਇੱਕ ਮਹਿਕਮੇ ਵਾਲੇ ਲੈ ਗਏ, ਇੱਕ ਸਾਨੂੰ ਰੱਖ ਕੇ 22 ਅਸੀਂ ਵਾਪਸ ਕਰ ਸਰ ਦਿੱਤੇ। ਜਿਹੜਾ ਬਿੱਲ ਹੈਗਾ ਸੈਂਪਲ ਕਿਉਂ ਚੈੱਕ ਕੀਤਾ ਗਿਆ, ਕਿੰਨੀ ਦਵਾਈ ਪਈ, ਹੋਰ ਸੈਂਪਲ ਕਿਉਂ ਨਹੀਂ ਕੀਤੇ ਗਏ? ਕਿਉਂਕਿ ਸਰ ਇੱਕ ਤਾਂ ਅਸੀਂ ਉਹ ਨਵੀਂ ਕੰਪਨੀ ਲੈਣ ਲੱਗੇ ਸੀਗੇ, ਠੀਕ ਹੈ ਜੀ, ਅਸੀਂ ਉਸੇ ਦਾ ਸੈਂਪਲ ਚੈੱਕ ਕਰਾਇਆ, ਦੂਸਰੇ ਦਾ ਨਾ ਮਹਿਕਮੇ ਵਾਲੇ ਨੇ ਆਖਿਆ ਨਾ ਸੀ। ਸੈਂਪਲ ਤਾਂ ਰੂਟੀਨ ਮੈਟਰ ਹੈ। ਇੱਕ ਸੈਂਪਲ ਤਾਂ ਮਤਲਬ ਮੰਥਲੀ ਟਾਰਗੇਟ ਸਾਨੂੰ ਮਿਲਦੇ ਆ, ਉਹਦੇ 'ਚ ਹਰ ਬਲੋਕ ਆ ਜਿਹੜਾ ਆਪਣੇ ਟਾਰਗੇਟ ਪੂਰੇ ਕਰਨ ਵਾਸਤੇ ਰੂਟੀਨ ਮੈਟਰ ਦੇ ਨਾਲ ਸੈਂਪਲ ਮਤਲਬ ਭਰਦਾ ਹੈ। ਉਹੀ ਰੂਟੀਨ ਦੇ ਵਿੱਚ ਇਹਨਾਂ ਦੀ ਦੁਕਾਨ ਤੋਂ ਮਤਲਬ ਸੈਂਪਲ ਭਰਿਆ ਗਿਆ ਜਿਹੜਾ ਫੇਲ ਪਾਇਆ ਗਿਆ। ਸੈਂਪਲ ਫੇਲ ਹੁੰਦਾ ਅਸੀਂ ਸ਼ੋਕਾਜ਼ ਨੋਟਿਸ ਜਾਰੀ ਕਰਦੇ ਹਾਂ ਫਰਮ ਨੂੰ, ਉਹ ਫਰਮ ਰਿਪਲਾਈ ਦਿੰਦੀ ਆ, ਉਹ ਬੇਨਤੀ ਕਰਦੀ ਹੈ ਵੀ ਸਾਡਾ ਰੀਟੈਸਟ ਕਰਵਾਇਆ ਜਾਵੇ ਤੇ ਉਹ ਕੋਰਟ ਰਾਹੀਂ ਫਿਰ ਰੀਟੈਸਟ ਆ ਜਿਹੜਾ ਉਹਨੂੰ ਦਿੱਤਾ ਜਾਂਦਾ। ਰੀਟੈਸਟ ਦਾ ਰਿਜ਼ਲਟ ਤੋਂ ਪਹਿਲਾਂ ਹੀ ਆ ਜਿਹੜਾ ਉਹ ਲਾਇਸੈਂਸ ਅਸੀਂ ਕੈਂਸਲ ਕਰ ਦਿੰਦੇ ਆ ਤੇ ਉਹ ਸਾਡਾ ਇੱਕ ਪ੍ਰੋਸੈਸ ਹੈ ਤੇ ਰਿਜ਼ਲਟ ਆਉਣ ਤੋਂ ਬਾਅਦ 'ਚ ਫਿਰ ਅਗਲੀ ਕਾਰਵਾਈ ਹੈ ਜਿਹੜੀ ਕੋਰਟ ਦੀ ਉਹ ਚੱਲਦੀ ਹੈ। 646 ਦੇ ਕਰੀਬ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੌਰਾਨ ਪੀਟੀਆਈ ਅਧਿਆਪਕਾਂ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਹੋਈ, ਜਿਸ ਦੌਰਾਨ ਕਈ ਲੜਕੀਆਂ ਜ਼ਖਮੀ ਵੀ ਹੋਈਆਂ। ਪੁਲਿਸ ਦੇ ਵੱਲੋਂ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਗਿਆ। ਇਸ ਦੌਰਾਨ ਚੋਣ ਰੈਲੀਆਂ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਦੱਸਦੀਏ ਕਿ ਪੀਟੀਆਈ ਅਧਿਆਪਕ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਤੁਹਾਨੂੰ ਪੱਕਾ ਕੀਤਾ ਜਾਵੇਗਾ, ਪਰ ਅਧਿਆਪਕ ਅੱਜ ਵੀ ਬੇਰੁਜ਼ਗਾਰ ਘੁੰਮ ਰਹੇ ਨੇ, ਜਿੱਥੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਹਨਾਂ ਅਧਿਆਪਕਾਂ ਤੇ ਪੁਲਿਸ ਦੇ ਵਿੱਚ ਧੱਕਾ ਮੁੱਕੀ ਹੋਈ ਹੈ। ਇਸ ਮੌਕੇ ਤੇ ਇੱਕ ਲੜਕੀ ਬੇਹੋਸ਼ ਵੀ ਹੋਈ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਖਬਰ ਲਿਖੇ ਜਾਣ ਤੱਕ ਅਧਿਆਪਕਾਂ ਦਾ ਧਰਨਾ ਬਾਦਸਤੂਰ ਜਾਰੀ ਰਿਹਾ। ਆਏ ਦਿਨ ਸਮਾਜ ਸੇਵੀ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ। ਅਜਿਹਾ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ, ਜਿੱਥੇ ਸਮਾਜ ਸੇਵੀ ਤਰਸੇਮ ਗੋਇਲ ਤੇ ਇੱਕ ਦੁਕਾਨਦਾਰ ਵੱਲੋਂ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੀ ਦੁਕਾਨ ਤੇ ਸਿਹਤ ਵਿਭਾਗ ਵੱਲੋਂ
ਖੰਡ ਦਾ ਸੈਂਪਲ ਭਰਿਆ ਗਿਆ ਸੀ। ਉਹਨਾਂ ਨੂੰ ਸੈਂਪਲ ਬਾਰੇ ਕੁਝ ਜਾਣਕਾਰੀ ਨਹੀਂ ਸੀ, ਜਿਸ ਨੂੰ ਪਾਸ ਕਰਾਉਣ ਲਈ ਇੱਕ ਸਮਾਜ ਸੇਵੀ ਨੇ ਉਸ ਕੋਲੋਂ 8000 ਰੁਪਏ ਦੀ ਮੰਗ ਕੀਤੀ। ਪੈਸੇ ਦੇਣ ਤੋਂ ਬਾਅਦ ਕੁਝ ਦਿਨ ਬਾਅਦ ਉਸ ਨੂੰ ਸੈਂਪਲ ਦਾ ਸੰਮਣ ਆ ਗਿਆ। ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਸਮਾਜ ਸੇਵੀ ਤਰਸੇਮ ਗੋਇਲ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਿਲਾਂ ਤੇ ਉਹਨਾਂ ਨਾਲ ਨਜਿੱਠਣ ਦੇ ਮਕਸਦ ਨਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਸੰਯੁਕਤ ਮੋਰਚਾ ਦੇ ਕਿਸਾਨਾਂ ਦੇ ਵੱਲੋਂ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਕਾਨੂੰਵਾਨ ਵਿਖੇ ਕਨਵੈਨਸ਼ਨ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ 'ਚ ਆਏ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਲਾਮਬੰਦ ਕਰਦਿਆਂ ਘਰ ਘਰ ਸੁਨੇਹਾ ਪਹੁੰਚਾਉਣ ਲਈ ਅਪੀਲ ਕੀਤੀ ਹੈ। ਇਸ ਮੌਕੇ ਪ੍ਰਧਾਨ ਰਾਜੂ ਨੇ ਕਿਹਾ ਕਿ ਕਿਸਾਨਾਂ ਦੇ ਗੰਨੇ ਦੇ ਪੈਸਿਆਂ ਤੇ ਹੋਰ ਭੱਖ ਦੇ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਕਿ 17-18 ਤਰੀਕ ਨੂੰ ਲਖੀਮਪੁਰ ਖੀਰੀ ਪਹੁੰਚਣ ਲਈ ਸੁਨੇਹੇ ਲਾਏ ਗਏ ਨੇ। ਉਹਨਾਂ 31 ਤਰੀਕ ਨੂੰ ਰੇਲ ਰੋਕੋ ਦੀ ਦਿੱਤੀ ਕਾਲ ਸਫਲ ਬਣਾਉਣ ਲਈ ਰੇਲਵੇ ਸਟੇਸ਼ਨਾਂ ਤੇ ਪਹੁੰਚਣ ਦੀ ਅਪੀਲ ਕੀਤੀ। ਅੱਜ ਦਾ ਏਜੰਡਾ ਸਾਡਾ ਇਹ ਵੀ ਅੱਜ ਅਸੀਂ ਕਨਵੈਨਸ਼ਨ ਕੀਤੀ ਆਪਣੀ ਜਥੇਬੰਦੀ ਦੀ, ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਉਹਨਾਂ ਬਾਰੇ, ਤੇ ਉਹਨਾਂ ਵਿੱਚ ਜਿਹੜਾ 31 ਤਰੀਕ ਨੂੰ ਰੇਲ ਰੋਕੋ ਅੰਦੋਲਨ ਆ, ਉਹਦੇ ਵਿੱਚ ਸਾਰਿਆਂ ਨੂੰ ਸੁਨਾਹ ਲਾਏ ਆ ਵੀ ਸਾਰੇ ਜਣੇ 31 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਪਹੁੰਚੋ। ਲਖੀਮਪੁਰ ਖੀਰੀ ਦੀ ਜਿਹੜੀ ਗਾੜੀ 17-18 ਨੂੰ ਉੱਥੇ ਜਾਣਾ, ਉਹਦੇ ਸੰਬੰਧ 'ਚ ਗੱਲਬਾਤ ਕੀਤੀ ਆ। ਹੋਰ ਸਾਡੇ ਗੰਨੇ ਦਾ ਮੁੱਦਾ ਸੀ, ਗੁੰਨੇ ਦੇ ਮੁੱਦੇ ਵਿੱਚ ਸਾਰੀ ਗੱਲਬਾਤ ਕੀਤੀ ਆ। ਅੱਜ ਇਹਨਾਂ 4-5 ਏਜੰਡਿਆਂ ਤੇ ਹੀ ਆਪਣੀ ਜਥੇਬੰਦੀ ਦੀ ਕਨਵੈਨਸ਼ਨ ਕੀਤੀ ਅੱਜ। ਬੁੱਧ ਧਰਮ ਦੇ ਰਿਨਪੋਚੇ ਲੜੀ ਦੇ 37ਵੇਂ ਗੱਦੀ ਨਸ਼ੀਨ ਦਰੀਕੁੰਡ ਚੇਤਸਾਂਗ ਰੂਹਾਨੀਅਤ ਦੇ ਕੇਂਦਰ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਕਿਹਾ ਕਿ ਉਹ ਕਈ ਚਿਰਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਆਉਣ ਦੀ ਇੱਛਾ ਰੱਖਦੇ ਸਨ, ਪਰ ਅੱਜ ਉਹ ਪਹੁੰਚ ਪਾਏ ਨਹੀਂ। ਉਹਨਾਂ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੂੰ ਮਹਾਨ ਸ਼ਕਤੀ ਦਾ ਅਨੁਭਵ ਹੋਇਆ। ਜ਼ਿਕਰਯੋਗ ਹੈ ਕਿ ਚੇਤਸਾਂਗ ਰਿਨਪੋਚੇ ਸ਼੍ਰੰਖਲਾ ਦੇ 37ਵੇਂ ਗੱਦੀ ਨਸ਼ੀਨ ਨੇ ਤੇ ਉਹ ਹਿੰਦੂ ਕੁਸ਼ ਪਰਬਤਮਾਲਾ ਵਿੱਚ ਹਿਮਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਗੋ ਕਲੀਨ ਗੋ ਆਰਗੈਨਿਕ ਮੁਹਿੰਮ ਦੇ ਤਹਿਤ ਦੂਰ ਦੁਰਾਡੇ ਦੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜੰਗਲ ਤੇ ਖੇਤੀਬਾੜੀ ਦੇ ਨਿਵੇਕਲੇ ਢੰਗਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਹੇ ਨੇ। ਇਸ ਮੌਕੇ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਰਣਧੀਰ ਸਿੰਘ ਨੇ ਉਹਨਾਂ ਨੂੰ ਸਿਰੋਪਾ ਮੈਡਲ ਦੇ ਕੇ ਸਨਮਾਨਿਤ ਕੀਤਾ। I'm very happy here, Golden Temple. A long time wanted to come, and this time I just come from Ladakh and then a few days going to Delhi. But I have this opportunity to come here and hear wonderful time, and I feel is a very strong energy here. So I'm very happy, and we also discuss with here. So I feel in actually all the different religions, they have different philosophies, different because of different histories, different cultures they have, but mainly aim for its goal is the same, for ਹਵਾਰਾ ਕਮੇਟੀ ਰਿਹਾਈ ਫਰੰਟ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਚੀਫ ਖਾਲਸਾ ਦੀਵਾਨ ਦੇ ਦਫ਼ਤਰ ਵਿਖੇ ਯਾਦ ਪੱਤਰ ਦਿੱਤਾ ਗਿਆ। ਹਵਾਰਾ ਕਮੇਟੀ ਦੇ ਆਗੂਆਂ ਵੱਲੋਂ ਲਏ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਉਹਨਾਂ ਦੀ ਬੰਦੀ ਸਿੰਘਾਂ ਪ੍ਰਤੀ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਲਈ ਯਾਦ ਪੱਤਰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤੇ ਮੰਗ ਕੀਤੀ ਗਈ ਹੈ ਕਿ ਤਾਮਿਲਨਾਡੂ ਵਿਧਾਨ ਸਭਾ ਦੀ ਤਰਜ਼ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਡਾਕਟਰ ਨਿੱਜਰ ਨੂੰ ਦੱਸਿਆ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਵਿੱਚ ਤਬਦੀਲੀ ਦੋਹਾਂ ਸੂਬਿਆਂ ਦੀ ਆਪ ਸਰਕਾਰ ਦੇ ਹੱਥ ਵਿੱਚ ਹੈ। ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਕਮੇਟੀ ਦੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਉੱਘੀ ਸਮਾਜ ਸੇਵਿਕਾ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੂੰ ਲੋਕਾਂ ਵੱਲੋਂ ਦੁਰਗਿਆਨਾ ਤੀਰਥ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ, ਜਿਸ ਦੇ ਚੱਲਦਿਆਂ ਸ਼੍ਰੀ ਦੁਰਗਿਆਨਾ ਤੀਰਥ ਦੀ ਨਵੀਂ ਬਣੀ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਵੱਲੋਂ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ਗਿਆ। अमृतसर के प्रबुद्ध नागरिक संगठन और सारी पार्टियों के कार्यकर्ता जो थोड़ा बहुत कुछ विरोध किया, मेरे सगे लोगों ने किया है, बाहर से नहीं हुआ। और हमारे संगठन का तो बहुत योगदान है, उनके बिना तो मैं कुछ भी नहीं हूँ, एक बिग जीरो हूँ उनके बिना। और सबसे बड़ी बात बजरंगबली, मैं घर बैठी थी, मुझे बुलाया गया कि रमेश जी के सामने कोई कागज भरने को तैयार नहीं है। मैंने कहा भाई अगर ये चुनौती है
तो चुनौती मैं बजरंगबली जी की बेटी हूँ, ये चुनौती मैं स्वीकार करती हूँ और वो चुनौती उन्होंने खुद ही रक्षा कर ली है। अभी तो चुनाव जीती हूँ, जिस दिन से कागज भरे थे उस दिन से मेरी आंखों के आगे आ रहा था कि दुर्गाना में क्या क्या करना है। मुझे लगता है यहाँ 12 से 18 घंटे रोज काम करना पड़ेगा, तब जाकर यहाँ की व्यवस्था ठीक होगी। ਹਾਦਸੇ ਦਾ ਸ਼ਿਕਾਰ ਹੋਈ ਇੱਕ ਗੱਡੀ ਦਾ ਸਰਵੇ ਕਰਨ ਗਏ ਗੁਰਦਾਸਪੁਰ ਨਿਵਾਸੀ ਸਰਵੇਅਰ ਤੇ ਉਹਨਾਂ ਦੇ ਨਾਲ ਘੁੰਮਣ ਗਏ ਪੀਡਬਲਿਊਡੀ ਦੇ ਐਕਸੀਅਨ ਤੇ ਇੱਕ ਐਨਆਰਆਈ ਦੋਸਤ ਦੀ ਹਿਮਾਚਲ ਪ੍ਰਦੇਸ਼ ਦੇ ਚੰਬਾ ਨੇੜੇ ਸ਼ਤਰੂ ਨਹਿਰ ਦੇ ਕੋਲ ਬਲੈਰੋ ਗੱਡੀ ਡੂੰਗੀ ਖੱਡ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ। ਇਸ ਹਾਦਸੇ ਵਿੱਚ ਕੁੱਲ 5 ਲੋਕਾਂ ਦੀ ਮੌਤ ਹੋਈ ਜਦੋਂ ਕਿ 2 ਜ਼ਖਮੀ ਨੇ। ਹਾਦਸੇ ਦੀ ਖਬਰ ਪੁਲਿਸ ਨੂੰ ਆਮ ਲੋਕਾਂ ਤੋਂ ਲੱਗੀ। ਅੰਮ੍ਰਿਤਸਰ ਦੇ ਮਾਨਾਵਾਲਾ ਐਕਸਪ੍ਰੈਸ ਹਾਈਵੇ ਤੇ ਪਹੁੰਚੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਐਕਸਪ੍ਰੈਸ ਹਾਈਵੇ ਬਣਨ ਦੇ ਕਾਰਨ ਜਿਸ ਜ਼ਮੀਨ ਨੂੰ ਸਰਕਾਰ ਵੱਲੋਂ ਖਰੀਦਿਆ ਗਿਆ ਸੀ ਉਸ ਜ਼ਮੀਨ ਨੂੰ ਲੈ ਕੇ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਜ਼ਮੀਨ ਮਹਿੰਗੇ ਭਾਅ ਤੇ ਵੇਚੀ ਗਈ ਹੈ, ਜਿਸ ਵਿੱਚ ਕਰੋੜਾਂ ਰੁਪਈਆਂ ਦਾ ਘਪਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਹਦੀ ਜਾਂਚ ਕਰ 2 ਹਫ਼ਤਿਆਂ ਦੇ ਵਿੱਚ ਰਿਪੋਰਟ ਸੌਂਪਣ ਲਈ ਕਿਹਾ। ਸਾਡੇ ਕੋਲ ਜਿਹੜਾ ਇਹ ਐਕਸਪ੍ਰੈਸਵੇ ਬਣ ਰਿਹਾ ਇਹਦੀਆਂ ਕਾਫੀ ਸ਼ਿਕਾਇਤਾਂ ਆਈਆਂ ਸੀਗੀਆਂ। ਕੱਲ ਹੀ ਮੇਰੇ ਕੋਲ ਕੋਈ ਕਿਸਾਨ ਵੀਰ ਗਏ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕ ਗਲਤ ਪੈਸੇ ਲੈ ਰਹੇ, ਤੇ ਅੱਜ ਹੀ ਮੈਂ ਮਤਲਬ 24 ਘੰਟਿਆਂ 'ਚ ਡੀ ਸਾਹਿਬ ਨੂੰ ਨਾਲ ਲੈ ਕੇ ਆਇਆ ਮੌਕੇ ਤੇ। ਇਹਦੀ ਇਨਕੁਆਇਰੀ ਚੱਲ ਰਹੀ ਹੈ ਔਰ ਅਸੀਂ 2 ਹਫ਼ਤਿਆਂ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕੰਪਲੀਟ ਕਰਕੇ ਇਨਕੁਆਇਰੀ ਜਨਤਕ ਕੀਤੀ ਜਾਵੇ ਤੇ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।